ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਚੈਨਲ ਪੰਜਾਬੀ ਇਨਫੋ ਤੇ ਤੁਹਾਡਾ ਸਭ ਦਾ ਵੈਲਕਮ ਹੈ। ਸੋ ਅੱਜ ਗੱਲ ਕਰਦੇ ਹਾਂ ਆਪਾਂ ਇਸ ਵੀਡੀਓ ਦੇ ਵਿੱਚ ਜਲਵਾਯੂ ਪਰਿਵਰਤਨ ਦੇ ਬਾਰੇ। ਜਲਵਾਯੂ ਪਰਿਵਰਤਨ ਦਾ ਮੁੱਦਾ ਜਿਵੇਂ ਕਿ ਉਸ ਸਮੇਂ ਪੂਰੇ ਵਿਸ਼ਵ ਦੇ ਵਿੱਚ ਮੁੱਖ ਸਭ ਤੋਂ ਮੁੱਦਿਆਂ ਦੇ ਵਿੱਚ ਉੱਭਰਿਆ ਹੋਇਆ ਹੈ। ਦੁਨੀਆ ਦੇ ਜ਼ਿਆਦਾਤਰ ਦੇਸ਼ ਨੇ ਜੋ ਇਸ ਜਲਵਾਯੂ ਪਰਿਵਰਤਨ ਦੀ ਸਮੱਸਿਆ ਨਾਲ ਨਿਪਟਣ ਦੇ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਨੇ। ਅੱਜ ਦੀ ਵੀਡੀਓ ਵਿੱਚ ਗੱਲ ਕਰਾਂਗੇ ਕਿ ਜਲਵਾਯੂ ਪਰਿਵਰਤਨ ਕੀ ਹੈ, ਇਸ ਦੇ ਪ੍ਰਤੀ ਦੁਨੀਆ ਦੇ ਵਿੱਚ ਜੋ ਚਿੰਤਾ ਉਹ ਕਿਉਂ ਬਣੀ ਹੋਈ ਹੈ, ਇਸ ਦੇ ਕੀ ਕਾਰਨ ਨੇ ਜਲਵਾਯੂ ਪਰਿਵਰਤਨ ਆਉਣ ਦੇ, ਅਤੇ ਇਸ ਸੰਬੰਧੀ ਵੱਖ-ਵੱਖ ਦੇਸ਼ਾਂ ਵਿੱਚ ਜਾਂ ਵਿਸ਼ਵ ਦੇ ਵਿੱਚ ਕਿਹੜੇ-ਕਿਹੜੇ ਮੋਰਚੇ ਕਹਿ ਦਈਏ ਜਾਂ ਫਿਰ ਆਪਾਂ ਜਿਹੇ ਸੰਗਠਨ ਬਣਾਏ ਨੇ ਜੋ ਕਿ ਜਲਵਾਯੂ ਪਰਿਵਰਤਨ ਨੂੰ ਨਿਯੰਤਰਣ ਕਰਨ ਲਈ ਆਪਣਾ ਕੰਮ ਕਰ ਰਹੇ ਨੇ। ਜਾਣੀ ਕਿ ਜਲਵਾਯੂ ਪਰਿਵਰਤਨ ਦੇ ਸੰਬੰਧਿਤ ਪੂਰੀ ਡਿਟੇਲ ਦੇ ਵਿੱਚ ਜਾਣਕਾਰੀ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕੀਤੀ ਜਾਵੇਗੀ, ਕਿਉਂਕਿ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਆ ਜਿਹੜਾ ਆਪਣੇ ਆਮ ਮਨੁੱਖੀ ਜੀਵਨ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਕਿਤੇ ਲਗਾਤਾਰ ਸੋਕਾ ਪੈ ਰਿਹਾ ਹੈ, ਕਿਤੇ ਬਰਫ਼ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਹੈ, ਅਤੇ ਦੂਜੇ ਪਾਸੇ ਹੜ੍ਹ ਆ ਰਹੇ ਨੇ, ਅਤੇ ਕਈ ਇਲਾਕੇ ਅਜਿਹੇ ਨੇ ਜਿੱਥੇ ਲਗਾਤਾਰ ਅੱਗ ਵੱਧ ਰਹੀ ਹੈ। ਅੱਗਾਂ ਲੱਗੀਆਂ ਹੋਈਆਂ ਨੇ, ਜਿਵੇਂ ਕਿ ਆਪਾਂ ਪਿਛਲੇ ਕੁਝ ਦਿਨਾਂ ਵਿੱਚ ਹੀ ਦੇਖ ਰਹੇ ਹਾਂ ਕਿ ਦੁਨੀਆ ਦੇ ਕਈ ਦੇਸ਼ਾਂ ਦੇ ਵਿੱਚ ਲਗਾਤਾਰ ਭਿਆਨਕ ਜੰਗਲੀ ਅੱਗ ਫੈਲੀ ਹੋਈ ਹੈ, ਜਿਵੇਂ ਕਹਿ ਦਈਏ ਗਰੀਸ ਹੋ ਗਿਆ, ਤੁਰਕੀ ਹੋ ਗਿਆ, ਅਤੇ ਦੂਜੇ ਪਾਸੇ ਚੀਨ ਦੇ ਵਿੱਚ ਇੰਨਾ ਜ਼ਿਆਦਾ ਹੜ੍ਹ ਆਇਆ ਹੈ ਕਿ ਉੱਥੋਂ ਦਾ ਜਿਹੜਾ ਪੂਰਾ ਜੀਵਨ ਆ ਉਹ ਪੂਰੀ ਤਰ੍ਹਾਂ ਬਰਬਾਦ ਕਰ ਦਿੱਤਾ ਹੈ। ਅਤੇ ਦੂਜੇ ਪਾਸੇ ਬ੍ਰਾਜ਼ੀਲ ਦੇ ਵਿੱਚ ਬਰਫ਼ਬਾਰੀ ਇੰਨੀ ਜ਼ਿਆਦਾ ਖਤਰਨਾਕ ਹੋ ਰਹੀ ਹੈ ਕਿ ਉੱਥੇ ਦਾ ਜੀਵਨ ਵੀ ਜਿਹੜਾ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਗਿਆ ਹੈ। ਜਲਵਾਯੂ ਪਰਿਵਰਤਨ ਜਿਹੜਾ ਮੁੱਦਾ ਉਹ ਪੂਰੇ ਵਿਸ਼ਵ ਦੇ ਵਿੱਚ ਜ਼ਿਆਦਾ ਸੰਵੇਦਨਸ਼ੀਲ ਇਸ ਕਰਕੇ ਹੈ ਕਿਉਂਕਿ 19ਵੀਂ ਸਦੀ ਦੇ ਅੰਤ ਤੋਂ ਲੈ ਕੇ ਹੁਣ ਤੱਕ ਪ੍ਰਿਥਵੀ ਦੇ ਜਿਹੜਾ ਤਾਪਮਾਨ ਆ ਸਤ੍ਹਾ ਦਾ ਉਹ ਲਗਭਗ 1 ਡਿਗਰੀ ਸੈਲਸੀਅਸ ਤੱਕ ਵੱਧ ਚੁੱਕਿਆ ਹੈ। ਸੁਣਨ ਦੇ ਵਿੱਚ 1 ਡਿਗਰੀ ਸੈਲਸੀਅਸ ਕੋਈ ਬਹੁਤ ਜ਼ਿਆਦਾ ਨਹੀਂ ਲੱਗਦਾ, ਪਰ ਜਦੋਂ ਪੂਰੀ ਪ੍ਰਿਥਵੀ ਦਾ ਤਾਪਮਾਨ 1 ਡਿਗਰੀ ਵੱਧਦਾ ਹੈ ਤਾਂ ਉਸ ਦਾ ਪ੍ਰਭਾਵ ਜਿਹੜਾ ਵਾਤਾਵਰਨ ਦੇ ਵਿੱਚ ਬਹੁਤ ਵੱਡੇ ਪਰਿਵਰਤਨ ਲੈ ਕੇ ਆਉਂਦਾ ਹੈ। ਸੋ ਸਭ ਤੋਂ ਪਹਿਲਾਂ ਇਹ ਗੱਲ ਕਰਦੇ ਹਾਂ ਆਪਾਂ ਵੀ ਜਲਵਾਯੂ ਪਰਿਵਰਤਨ ਹੁੰਦਾ ਕੀ ਹੈ, ਇਸ ਸ਼ਬਦ ਦਾ ਮਤਲਬ ਕੀ ਹੈ। ਜਲਵਾਯੂ ਪਰਿਵਰਤਨ ਦੇ ਲਈ ਇਹ ਪਹਿਲਾਂ ਸਮਝ ਲੈਣਾ ਜ਼ਰੂਰੀ ਹੈ ਕਿ ਜਲਵਾਯੂ ਹੁੰਦਾ ਕੀ ਹੈ। ਜਲਵਾਯੂ ਦਾ ਅਰਥ ਹੈ ਕਿਸੇ ਇੱਕ ਖਾਸ ਖੇਤਰ ਦੇ ਵਿੱਚ ਜੋ ਲੰਬੇ ਸਮੇਂ ਤੱਕ ਦਾ ਜੋ ਮੌਸਮ ਰਹਿੰਦਾ ਹੈ ਤਾਂ ਉਸ ਨੂੰ ਉਸ ਖੇਤਰ ਦਾ ਜਲਵਾਯੂ ਕਿਹਾ ਜਾਂਦਾ ਹੈ। ਸੋ ਇਸ ਜੋ ਲੰਬੇ ਸਮੇਂ ਤੋਂ ਚੱਲਦੇ ਆ ਰਹੇ ਮੌਸਮ ਦੇ ਵਿੱਚ ਜਦੋਂ ਅਚਾਨਕ ਵੱਡੇ ਪਰਿਵਰਤਨ ਆਉਣ ਲੱਗ ਜਾਂਦੇ ਨੇ ਤਾਂ ਉਸ ਨੂੰ ਜਲਵਾਯੂ ਪਰਿਵਰਤਨ ਵੀ ਕਿਹਾ ਜਾਂਦਾ ਹੈ। ਅਤੇ ਜਲਵਾਯੂ ਪਰਿਵਰਤਨ ਨੂੰ ਕਿਸੇ ਇੱਕ ਖਾਸ ਸਥਾਨ ਦੇ ਵਿੱਚ ਵੀ ਦੇਖਿਆ ਜਾ ਸਕਦਾ ਹੈ ਅਤੇ ਪੂਰੇ ਵਿਸ਼ਵ ਦੇ ਵਿੱਚ ਵੀ। ਜਿਵੇਂ ਆਪਾਂ ਕਹਿ ਦਈਏ ਇਸ ਨੂੰ ਆਪਾਂ ਛੋਟੇ ਪੱਧਰ 'ਤੇ ਦੇਖੀਏ ਤਾਂ ਆਪਾਂ ਇਸ ਨੂੰ ਇੱਕ ਪੰਜਾਬ ਦੇ ਵਿੱਚ ਤੌਰ 'ਤੇ ਵੀ ਦੇਖ ਸਕਦੇ ਹਾਂ ਕਿ ਪੰਜਾਬ ਦੇ ਵਿੱਚ ਜਲਵਾਯੂ ਪਰਿਵਰਤਨ ਕਿਵੇਂ ਹੋ ਰਿਹਾ ਹੈ, ਅਤੇ ਦੂਜੇ ਪਾਸੇ ਪੂਰੇ ਵਿਸ਼ਵ ਦਾ ਜਲਵਾਯੂ ਜਿਹੜਾ ਪਰਿਵਰਤਨ ਹੋ ਰਿਹਾ ਹੈ ਉਸ ਪੱਧਰ 'ਤੇ ਵੀ ਇਹਨੂੰ ਆਪਾਂ ਦੇਖ ਸਕਦੇ ਹਾਂ। ਜਾਣੀ ਕਿ ਇਸ ਨੂੰ ਛੋਟੇ ਅਤੇ ਵੱਡੇ ਪੱਧਰ ਉੱਪਰ ਦੋਨਾਂ ਪੱਧਰਾਂ ਦੇ ਉੱਪਰ ਦੇਖਿਆ ਜਾ ਸਕਦਾ ਹੈ। ਜਲਵਾਯੂ ਪਰਿਵਰਤਨ ਹੋਣ ਨਾਲ ਜਿੱਥੇ ਧਰਤੀ ਦਾ ਤਾਪਮਾਨ ਵੱਧ ਰਿਹਾ ਤਾਂ ਉਸ ਦੇ ਨਾਲ ਹੀ ਵੱਡੇ ਜੋ ਹਿਮਨਦ ਨੇ, ਜਾਣੀ ਕਿ ਵੱਡੇ ਉਹ ਬਰਫੀਲੇ ਇਲਾਕੇ ਨੇ, ਤਾਂ ਉਹਨਾਂ ਦੇ ਵਿੱਚ ਬਰਫ਼ ਪਿਘਲ ਰਹੀ ਹੈ, ਗਲੇਸ਼ੀਅਰ ਪਿਘਲ ਰਹੇ ਨੇ, ਜਿਸ ਕਰਕੇ ਸਮੁੰਦਰਾਂ ਅਤੇ ਮਹਾਸਾਗਰਾਂ ਦਾ ਜਿਹੜਾ ਜਲ ਸਤਰ ਆ, ਪਾਣੀ ਦਾ ਪੱਧਰ ਉਹ ਲਗਾਤਾਰ ਵੱਧਦਾ ਜਾ ਰਿਹਾ ਹੈ, ਅਤੇ ਜਿਹੜਾ ਕਿ ਕਈ ਅਜਿਹੇ ਦੀਪ ਨੇ ਛੋਟੇ ਜਿਨ੍ਹਾਂ ਨੂੰ ਡੁੱਬਣ ਤੱਕ ਦਾ ਖਤਰਾ ਹੁਣ ਪਹੁੰਚ ਚੁੱਕਿਆ ਹੈ। ਅਤੇ ਪਿਛਲੇ ਲਗਭਗ 1 ਸਦੀ ਦੇ ਵਿੱਚ ਸਮੁੰਦਰ ਦਾ ਜਿਹੜਾ ਜਲ ਸਤਰ ਹੈ ਉਹ 8 ਤੋਂ ਲੈ ਕੇ 9 ਇੰਚ ਦੇ ਕਰੀਬ ਹੁਣ ਵੱਧ ਚੁੱਕਿਆ ਹੈ, ਅਤੇ ਜਿਸ ਦੀ ਇਹ ਵਧਣ ਦਾ ਜੋ ਤੇਜ਼ੀ ਦਾ ਦਰ ਹੈ ਉਹ ਹੋਰ ਜ਼ਿਆਦਾ ਤੇਜ਼ ਹੋ ਰਹੀ ਹੈ ਆਉਣ ਵਾਲੇ ਸਮਿਆਂ ਦੇ ਵਿੱਚ। ਅਤੇ ਹੁਣ ਗੱਲ ਕਰਦੇ ਹਾਂ ਵੀ ਜਲਵਾਯੂ ਪਰਿਵਰਤਨ ਦੇ ਕਾਰਨ ਕੀ ਨੇ। ਪ੍ਰਿਥਵੀ ਦੇ ਚਾਰੇ ਪਾਸੇ ਗ੍ਰੀਨ ਹਾਊਸ ਗੈਸਾਂ ਦੀ ਇੱਕ ਪਰਤ ਬਣੀ ਹੋਈ ਹੁੰਦੀ ਹੈ। ਇਸ ਪਰਤ ਦੇ ਵਿੱਚ ਮਿਥੇਨ, ਨਾਈਟਰਸ ਆਕਸਾਈਡ, ਕਾਰਬਨ ਡਾਈਆਕਸਾਈਡ ਵਰਗੀਆਂ ਗੈਸਾਂ ਸ਼ਾਮਲ ਹੁੰਦੀਆਂ ਨੇ। ਗ੍ਰੀਨ ਹਾਊਸ ਗੈਸਾਂ ਦੀ ਇਹ ਪਰਤ ਪ੍ਰਿਥਵੀ ਦੀ ਸਤ੍ਹਾ ਦੇ ਵਿੱਚ ਤਾਪਮਾਨ ਨੂੰ ਸੰਤੁਲਨ ਬਣਾਈ ਰੱਖਣ ਲਈ ਜਿਹੜਾ ਆਪਣਾ ਜ਼ਰੂਰੀ ਕੰਮ ਕਰਦੀਆਂ ਨੇ, ਅਤੇ ਜੇਕਰ ਵਿਸ਼ੇਸ਼ਕਰਤਾਵਾਂ ਦੇ ਮੰਨੀਏ ਤਾਂ ਇਹ ਪਰਤ ਜੇਕਰ ਨਹੀਂ ਹੋਵੇਗੀ ਤਾਂ ਪ੍ਰਿਥਵੀ ਦਾ ਜੋ ਤਾਪਮਾਨ ਹੈ ਉਹ ਕਾਫੀ ਜ਼ਿਆਦਾ ਘੱਟ ਹੋ ਜਾਵੇਗਾ, ਕਿ ਤਾਪਮਾਨ ਘੱਟ ਜਾਵੇਗਾ ਕਿਉਂਕਿ ਇਹ ਜੋ ਗੈਸਾਂ ਦੀ ਪਰਤ ਹੈ ਇਹ ਧਰਤੀ ਦਾ ਜਿਹੜਾ ਅੰਦਰੂਨੀ ਤਾਪਮਾਨ ਉਸ ਦਾ ਸੰਤੁਲਨ ਬਣਾਈ ਰੱਖਦੀਆਂ ਨੇ। ਅਤੇ ਆਧੁਨਿਕ ਯੁੱਗ ਦੇ ਵਿੱਚ ਜਿਵੇਂ ਮਨੁੱਖੀ ਗਤੀਵਿਧੀਆਂ ਵੱਧਦੀਆਂ ਜਾ ਰਹੀਆਂ ਨੇ, ਸ਼ਹਿਰੀਕਰਨ ਹੋ ਰਿਹਾ, ਵੱਡੀਆਂ ਫੈਕਟਰੀਆਂ ਲੱਗ ਰਹੀਆਂ ਨੇ, ਜੰਗਲਾਂ ਦੀ ਅੰਨ੍ਹੇਵਾਹ ਕਟਾਈ ਹੋ ਰਹੀ ਹੈ, ਤਾਂ ਉਸ ਦਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਕਿ ਗ੍ਰੀਨ ਹਾਊਸ ਗੈਸਾਂ ਦੀ ਜਿਹੜੀ ਉਤਸਰਜਨ ਆ, ਉਹਨਾਂ ਦੀ ਉਤਪੱਤੀ ਆ, ਉਹਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ, ਅਤੇ ਜਿਸ ਕਰਕੇ ਵਿਸ਼ਵ ਤਾਪਮਾਨ ਦੇ ਵਿੱਚ ਬਹੁਤ ਵਾਧਾ ਹੋਣਾ ਵੀ ਸ਼ੁਰੂ ਹੋ ਗਿਆ ਹੈ। ਕਿਉਂਕਿ ਜੰਗਲਾਂ ਦੀ ਜੋ ਕਟਾਈ ਹੈ ਉਸ ਦਾ ਸਿੱਧਾ ਪ੍ਰਭਾਵ ਆਪਣੇ ਵਾਤਾਵਰਨ ਦੇ ਉੱਪਰ ਦੇਖਣ ਨੂੰ ਮਿਲ ਰਿਹਾ ਹੈ। ਦਰੱਖਤ ਇੱਕ ਅਜਿਹੇ ਕੁਦਰਤੀ ਕਹਿ ਦਈਏ ਆਪਾਂ ਨੂੰ ਕੁਦਰਤ ਵੱਲੋਂ ਦਿੱਤੇ ਹੋਏ ਤੋਹਫੇ ਨੂੰ ਕਹਿ ਸਕਦੇ ਹਾਂ ਜਿਹੜੇ ਕਿ ਆਪਾਂ ਨੂੰ ਫਲ ਛਾਵਾਂ ਦਿੰਦੇ ਨੇ, ਅਤੇ ਇਸ ਦੇ ਨਾਲ ਇਹ ਵਾਤਾਵਰਨ ਦਾ ਸੰਤੁਲਨ ਬਣਾਈ ਰੱਖਣ ਲਈ ਕੁਦਰਤੀ ਯੰਤਰਾਂ ਦੇ ਰੂਪ ਵਿੱਚ ਕੰਮ ਕਰਦੇ ਨੇ।
ਕਾਰਬਨ ਡਾਈਆਕਸਾਈਡ ਵਰਗੀਆਂ ਮਹੱਤਵਪੂਰਨ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਨੇ ਇਹ ਉਹਨਾਂ ਨੂੰ ਦਰਖਤਾਂ ਦੁਆਰਾ ਸੋਖਿਆ ਜਾਂਦਾ ਹੈ। ਵਾਤਾਵਰਨ ਕਰਕੇ ਪੂਰੇ ਵਿਸ਼ਵ ਦੇ ਵਿੱਚ ਜੰਗਲਾਂ ਦੀ ਜੋ ਕਟਾਈ ਹੋ ਰਹੀ ਹੈ ਉਸ ਨੂੰ ਕਾਫੀ ਚਿੰਤਾ ਦੇ ਵਿਸ਼ੇ ਦੇ ਤੌਰ ਤੇ ਦੇਖਿਆ ਜਾਂਦਾ ਹੈ, ਕਿਉਂਕਿ ਜੇਕਰ ਦਰਖਤ ਜੰਗਲ ਨਹੀਂ ਹੋਣਗੇ ਤਾਂ ਕਾਰਬਨ ਡਾਈਆਕਸਾਈਡ ਗੈਸ ਆ ਜਿਹੜੀ ਕੁਦਰਤੀ ਰੂਪ ਵਿੱਚ ਕਿਸੇ ਦੁਆਰਾ ਸੋਖੀ ਨਹੀਂ ਜਾਵੇਗੀ ਅਤੇ ਜਿਸ ਦਾ ਪ੍ਰਭਾਵ ਸਿੱਧਾ ਧਰਤੀ ਦੇ ਵਾਤਾਵਰਨ ਉੱਪਰ ਪਵੇਗਾ। ਤੇ ਜੇਕਰ ਉਦਾਹਰਨ ਦੇ ਤੌਰ ਤੇ ਦੇਖੀਏ ਤਾਂ ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਦੇ ਵਿੱਚ ਜੋ ਨਿਵਰਨੀਕਰਨ ਯਾਨੀ ਕਿ ਨਵੀਨੀਕਰਨ ਹੋ ਰਿਹਾ ਹੈ ਤਾਂ ਉਸ ਦੇ ਪ੍ਰਭਾਵ ਦੇ ਵਜੋਂ ਜਿਹੜੀਆਂ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਦਾ ਇੱਕ ਮੁੱਖ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ। ਤੇ ਹੁਣ ਗੱਲ ਕਰਦੇ ਹਾਂ ਜਲਵਾਯੂ ਪਰਿਵਰਤਨ ਦੇ ਜੋ ਪ੍ਰਭਾਵ ਪੈ ਰਹੇ ਨੇ। ਇਸ ਦਾ ਸਭ ਤੋਂ ਵੱਡਾ ਪ੍ਰਭਾਵ ਪੈ ਰਿਹਾ ਹੈ ਤਾਪਮਾਨ ਦੇ ਵਿੱਚ ਲਗਾਤਾਰ ਵਾਧਾ। ਪਾਵਰ ਪਲਾਂਟ, ਆਟੋਮੋਬਾਈਲ ਅਤੇ ਦਰਖਤਾਂ ਦੀ ਕਟਾਈ ਤੇ ਹੋਰ ਕਈ ਪ੍ਰਕਾਰ ਦੇ ਸਰੋਤਾਂ ਦੇ ਨਾਲ ਹੋਣ ਵਾਲਾ ਗ੍ਰੀਨ ਹਾਊਸ ਜੋ ਗੈਸਾਂ ਦਾ ਉਤਸਰਜਨ ਹੈ ਉਹ ਪ੍ਰਿਥਵੀ ਦੇ ਉਸ ਦੀ ਕਹਿ ਦਈਏ ਆਪਾਂ ਵੀ ਅਨੁਕੂਲਤਾ ਦੇ ਮੁਕਾਬਲੇ ਕਾਫੀ ਤੇਜ਼ੀ ਨਾਲ ਉਸ ਨੂੰ ਗਰਮ ਕਰ ਰਿਹਾ ਹੈ। ਪਿਛਲੇ 150 ਸਾਲਾਂ ਦੇ ਵਿੱਚ ਜੋ ਔਸਤ ਤਾਪਮਾਨ ਹੈ ਉਹ ਲਗਾਤਾਰ ਵਧਦੇ ਜਾ ਰਹੇ ਨੇ। ਪਿਛਲੀ ਇੱਕ ਸਦੀ ਵਿੱਚ ਹੀ ਲਗਭਗ 1 ਡਿਗਰੀ ਸੈਲਸੀਅਸ ਦੇ ਕਰੀਬ ਜਿਹੜਾ ਧਰਤੀ ਦਾ ਤਾਪਮਾਨ ਹੈ ਉਹ ਵੱਧ ਚੁੱਕਿਆ ਹੈ ਤੇ ਸਾਲ 2016 ਨੂੰ ਪੂਰੇ ਵਿਸ਼ਵ ਦੇ ਰੂਪ ਵਿੱਚ ਸਭ ਤੋਂ ਜ਼ਿਆਦਾ ਗਰਮ ਸਾਲ ਦੇ ਤੌਰ ਤੇ ਹੁਣ ਤੱਕ ਰਿਕਾਰਡ ਕੀਤਾ ਗਿਆ ਹੈ। ਤੇ ਵਿਸ਼ਵ ਵਿਗਿਆਨੀਆਂ ਦੀ ਸ਼ੋਧ ਦੇ ਦੁਆਰਾ ਇੱਕ ਇਹ ਵੀ ਨਵਾਂ ਜਿਹੜਾ ਫੈਸਲਾ ਸਾਹਮਣੇ ਆਇਆ ਹੈ ਕਿ ਜੇਕਰ ਗ੍ਰੀਨ ਹਾਊਸ ਗੈਸਾਂ ਦੇ ਉਤਸਰਜਨ ਨੂੰ ਵਿਸ਼ਵ ਦੇ ਵਿੱਚ ਗੰਭੀਰਤਾ ਨਾਲ ਨਹੀਂ ਲਿਆ ਗਿਆ ਤੇ ਇਸ ਨੂੰ ਘੱਟ ਕਰਨ ਦੇ ਜਿਹੜੇ ਪ੍ਰਯਾਸ ਨੇ, ਯਤਨ ਨਹੀਂ ਕੀਤੇ ਗਏ ਤਾਂ ਇਸ ਸਦੀ ਦੇ ਅੰਤ ਤੱਕ ਪ੍ਰਿਥਵੀ ਦੀ ਸਤ੍ਹਾ ਦਾ ਔਸਤ ਤਾਪਮਾਨ ਉਹ 3 ਤੋਂ ਲੈ ਕੇ 10 ਡਿਗਰੀ ਫਾਰਨਹੀਟ ਦੇ ਕਰੀਬ ਵੱਧ ਸਕਦਾ ਹੈ। ਤੇ ਜਲਵਾਯੂ ਪਰਿਵਰਤਨ ਦਾ ਜਿਹੜਾ ਅਗਲਾ ਪ੍ਰਭਾਵ ਦੇਖਣ ਨੂੰ ਮਿਲ ਰਿਹਾ ਉਹ ਹੈ ਕਿ ਬਰਸਾਤ ਦੇ ਪੈਟਰਨ ਦੇ ਵਿੱਚ ਬਦਲਾਅ ਵੱਡਾ ਦੇਖਣ ਨੂੰ ਮਿਲ ਰਿਹਾ ਹੈ। ਪਿਛਲੇ ਕੁਝ ਦਸ਼ਕਾਂ ਤੋਂ ਆਪਾਂ ਦੇਖਣ ਨੂੰ ਮਿਲ ਰਿਹਾ ਕਿ ਜੇਕੇ ਇੱਕ ਇਲਾਕਿਆਂ ਦੇ ਵਿੱਚ ਸੋਕਾ ਪੈ ਰਿਹਾ ਹੁੰਦਾ ਹੈ ਤਾਂ ਦੂਜੇ ਪਾਸੇ ਇੰਨਾ ਜ਼ਿਆਦਾ ਮੀਂਹ ਪੈ ਜਾਂਦਾ ਹੈ ਕਿ ਹੜ੍ਹ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ। ਸੋ ਇਸ ਕਰਕੇ ਬਰਸਾਤ ਦੇ ਵਿੱਚ ਜਿਹੜੀ ਅਨਿਯਮਿਤਤਾ ਉਹ ਕਾਫੀ ਜ਼ਿਆਦਾ ਵੱਧ ਗਈ ਹੈ। ਇੱਕ ਸਮਾਨਤਾ ਜਿਹੜੀ ਬਹੁਤ ਘਟ ਗਈ ਹੈ। ਖਾਸ ਤੌਰ 'ਤੇ ਆਪਾਂ ਪੰਜਾਬ ਦੇ ਵਿੱਚ ਵੀ ਦੇਖਦੇ ਆ ਰਹੇ ਹਾਂ ਕਿ ਹੁਣ ਪਹਿਲਾਂ ਦੇ ਮੁਕਾਬਲੇ ਜਿਵੇਂ ਦੀ ਬਰਸਾਤ ਹੁੰਦੀ ਸੀ, ਇੱਕਸਾਰ ਬਰਸਾਤ ਲਗਭਗ ਪੰਜਾਬ ਦੇ ਸਾਰੇ ਇਲਾਕਿਆਂ ਦੇ ਵਿੱਚ ਮੌਨਸੂਨੀ ਬਰਸਾਤ ਹੁੰਦੀ ਸੀ, ਪਰ ਹੁਣ ਜਦੋਂ ਬਰਸਾਤ ਹੁੰਦੀ ਹੈ ਤਾਂ ਕੁਝ ਇਲਾਕਿਆਂ ਵਿੱਚ ਮੀਂਹ ਪੈ ਜਾਂਦਾ ਹੈ ਤੇ ਦੂਜੇ ਪਾਸੇ ਕਈ ਇਲਾਕੇ ਅਜਿਹੇ ਹੁੰਦੇ ਨੇ ਜਿਹੜੇ ਲਗਾਤਾਰ ਸੋਕੇ ਦੀ ਮਾਰ ਝੱਲ ਰਹੇ ਹੁੰਦੇ ਨੇ। ਪਹਿਲਾਂ ਤਾਂ ਇਹ ਮੀਂਹ ਪੈਂਦਾ ਨਹੀਂ, ਪਰ ਜਦੋਂ ਪੈਂਦਾ ਹੈ ਤਾਂ ਇੰਨਾ ਜ਼ਿਆਦਾ ਪੈ ਜਾਂਦਾ ਹੈ ਕਿ ਉਸ ਇਲਾਕੇ ਦੇ ਵਿੱਚ ਹੜ੍ਹਾਂ ਵਰਗੇ ਹਾਲਾਤ ਪੈਦਾ ਹੋ ਜਾਂਦੇ ਨੇ। ਇਹ ਸਾਰਾ ਕੁਝ ਜਿਹੜਾ ਪਰਿਵਰਤਨ ਆ ਰਿਹਾ ਜਲਵਾਯੂ ਪਰਿਵਰਤਨ ਦੇ ਕਾਰਨ ਹੀ ਆ ਰਿਹਾ ਹੈ। ਤੇ ਇਸ ਦਾ ਜਲਵਾਯੂ ਪਰਿਵਰਤਨ ਜਿਹੜਾ ਅਗਲਾ ਵੱਡਾ ਪ੍ਰਭਾਵ ਸਾਹਮਣੇ ਆ ਰਿਹਾ ਸਮੁੰਦਰ ਜਲ ਦੇ ਵਿੱਚ ਜਿਹੜਾ ਉਸਦਾ ਜਲ ਸਤਰ ਹੈ ਉਹ ਲਗਾਤਾਰ ਵਾਧਾ ਹੋ ਰਿਹਾ ਹੈ। ਪਿਛਲੇ ਲਗਭਗ ਗੱਲ ਕਰੀਏ ਤਾਂ ਆਪਾਂ ਇੱਕ ਸਦੀ ਦੇ ਵਿੱਚ ਲਗਭਗ 8 ਤੋਂ ਲੈ ਕੇ 9 ਇੰਚ ਤੱਕ ਦਾ ਜਿਹੜਾ ਸਮੁੰਦਰ ਜਲ ਦੇ ਵਿੱਚ ਵਾਧਾ ਹੋ ਚੁੱਕਿਆ ਹੈ, ਜਿਹੜਾ ਕਿ ਪਿਛਲੇ ਕੁਝ ਦਸ਼ਕਾਂ ਦੇ ਵਿੱਚ ਜ਼ਿਆਦਾ ਵਾਧਾ ਹੋਇਆ ਹੈ। ਤੇ ਇਸ ਦੇ ਵਿੱਚ ਜੋ ਗ੍ਰੀਨਲੈਂਡ ਇਲਾਕਾ ਹੈ, ਦੀਪ ਹੈ ਜੋ ਉਸ ਦੇ ਵਿੱਚ ਜਿਹੜੀ ਬਰਫ਼ ਆ ਉਹ ਲਗਾਤਾਰ ਪਿਘਲ ਰਹੀ ਹੈ ਤੇ ਦੂਜੇ ਪਾਸੇ ਅੰਟਾਰਕਟਿਕਾ ਦੇ ਵਿੱਚ ਵੀ ਬਰਫ਼ ਪਿਘਲਣੀ, ਗਲੇਸ਼ੀਅਰ ਟੁੱਟਣੇ ਲਗਾਤਾਰ ਜਾਰੀ ਹਨ। ਸੋ ਜਿਸ ਕਰਕੇ ਲਗਾਤਾਰ ਸਮੁੰਦਰ ਜਲ ਦੇ ਵਿੱਚ ਵਾਧਾ ਹੋ ਰਿਹਾ ਹੈ ਤੇ ਇਹ ਵੀ ਅਨੁਮਾਨ ਲਗਾਏ ਜਾ ਰਹੇ ਨੇ ਕਿ ਇਸ ਸਦੀ ਤੱਕ ਜੇਕਰ ਜਲਵਾਯੂ ਪਰਿਵਰਤਨ ਕਾਬੂ ਵਿੱਚ ਨਾ ਆਇਆ, ਇਸੇ ਤਰ੍ਹਾਂ ਤਾਪਮਾਨ ਧਰਤੀ ਦਾ ਵੱਧਦਾ ਰਿਹਾ ਤਾਂ ਜਿਹੜੇ ਨਿਚਲੇ ਇਲਾਕੇ ਹੋਣਗੇ ਧਰਤੀ ਦੇ ਸਮੁੰਦਰ ਦੇ ਨੇੜੇ ਪੈਂਦੇ ਨੇ ਤਾਂ ਉਹਨਾਂ ਦੇ ਡੁੱਬਣ ਦਾ ਖਤਰਾ ਵੀ ਬਣ ਰਿਹਾ ਹੈ। ਤੇ ਅਗਲਾ ਜੋ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਆ ਉਹ ਵਨਸਪਤੀ ਉੱਪਰ ਪੈ ਰਿਹਾ ਹੈ ਕਿ ਜਿਵੇਂ ਕਿ ਤਾਪਮਾਨ ਦੇ ਵਿੱਚ ਵਾਧਾ ਹੋ ਰਿਹਾ ਹੈ, ਬਰਸਾਤੀ ਪੈਟਰਨ ਦੇ ਵਿੱਚ ਬਦਲਾਅ ਹੋ ਰਿਹਾ ਹੈ ਤਾਂ ਇਸ ਦਾ ਸਿੱਧਾ ਪ੍ਰਭਾਵ ਕੁਦਰਤੀ ਵਨਸਪਤੀ ਦੇ ਉੱਪਰ ਵੀ ਪੈ ਰਿਹਾ ਹੈ। ਕਈ ਪ੍ਰਕਾਰ ਦੀਆਂ ਅਜਿਹੀਆਂ ਫਸਲਾਂ ਹਨ ਜਿਹੜੀਆਂ ਕਿ ਹੁਣ ਉਹ ਕਾਮਯਾਬ ਨਹੀਂ ਰਹੀਆਂ, ਜਿਹੜੀਆਂ ਕਿ ਪੂਰੀ ਤਰ੍ਹਾਂ ਖਤਮ ਹੋ ਚੁੱਕੀਆਂ ਨੇ ਤੇ ਪਹਿਲਾਂ ਦੇ ਮੁਕਾਬਲੇ ਹੁਣ ਫਸਲਾਂ ਦੀ ਝਾੜ ਦੇ ਵਿੱਚ ਵੀ ਕਟੌਤੀ ਜਿਹੜੀ ਦੇਖਣ ਨੂੰ ਮਿਲ ਰਹੀ ਹੈ। ਸੋ ਇਹ ਜਿਹੜਾ ਸਾਰਾ ਪ੍ਰਭਾਵ ਹੈ ਜਲਵਾਯੂ ਪਰਿਵਰਤਨ ਦੇ ਨਾਲ ਹੀ ਹੋ ਰਿਹਾ ਹੈ। ਤੇ ਦੂਜੇ ਪਾਸੇ ਜਲਵਾਯੂ ਪਰਿਵਰਤਨ ਦਾ ਪ੍ਰਭਾਵ ਸਿਹਤ ਉੱਪਰ ਵੀ ਦੇਖਣ ਨੂੰ ਮਿਲ ਰਿਹਾ ਹੈ ਕਿ WHO ਦੇ ਅੰਕੜਿਆਂ ਦੇ ਮੁਤਾਬਕ ਪਿਛਲੇ ਲਗਭਗ ਇੱਕ ਦਸ਼ਕ ਦੇ ਵਿੱਚ ਹੀਟ ਵੇਵਸ ਦੇ ਨਾਲ ਲਗਭਗ 1.5 ਲੱਖ ਤੋਂ ਜ਼ਿਆਦਾ ਵਿਅਕਤੀਆਂ ਦੀ ਮੌਤ ਹੋ ਚੁੱਕੀ ਹੈ, ਜਿਹੜੀ ਕਿ ਪੂਰੇ ਵਿਸ਼ਵ ਪੱਧਰ ਦਾ ਰਿਕਾਰਡ ਹੈ। ਤੇ ਦੂਜੇ ਪਾਸੇ ਇਹ ਵੀ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਜੇਕਰ ਵਰਤਮਾਨ ਤੋਂ ਬਾਅਦ ਹੁਣ ਭਵਿੱਖ ਦੇ ਵਿੱਚ ਜਲਵਾਯੂ ਪਰਿਵਰਤਨ ਇਸੇ ਤਰ੍ਹਾਂ ਗੰਭੀਰ ਹੁੰਦਾ ਗਿਆ ਤਾਂ ਮਲੇਰੀਆ, ਡੇਂਗੂ ਤੇ ਹੋਰ ਕਈ ਪ੍ਰਕਾਰ ਦੀਆਂ ਬਿਮਾਰੀਆਂ ਨੇ ਜਿਨ੍ਹਾਂ ਵਿੱਚ ਵਾਧਾ ਬਹੁਤ ਜ਼ਿਆਦਾ ਹੋ ਜਾਵੇਗਾ ਤੇ ਇਹਨਾਂ ਨੂੰ ਮੁਸ਼ਕਿਲ ਦੇ ਨਾਲ ਹੀ ਕਾਬੂ ਕੀਤਾ ਜਾਵੇਗਾ। ਤੇ ਉਸ ਦਾ ਜਿਹੜਾ ਸਭ ਤੋਂ ਅਗਲਾ ਵੱਡਾ ਪ੍ਰਭਾਵ ਹੈ ਉਹ ਦੇਖਣ ਨੂੰ ਇਹ ਮਿਲ ਰਿਹਾ ਹੈ ਕਿ ਲਗਾਤਾਰ ਜੰਗਲਾਂ ਦੇ ਵਿੱਚ ਅੱਗ ਵੱਧ ਰਹੀ ਹੈ ਜਲਵਾਯੂ ਪਰਿਵਰਤਨ ਦੇ ਕਾਰਨ। ਜੋ ਧਰਤੀ ਦਾ ਟੈਂਪਰੇਚਰ ਵੱਧ ਰਿਹਾ ਉਸ ਦੇ ਕਾਰਨ ਲਗਾਤਾਰ ਹੀਟ ਵੇਵਸ ਦੀ ਜਿਹੜੀ ਗਿਣਤੀ ਆ ਉਹਦੇ ਵਿੱਚ ਵਾਧਾ ਹੋ ਰਿਹਾ ਹੈ। ਸੋ ਜਿਸ ਕਰਕੇ ਦੁਨੀਆ ਦੇ ਜੰਗਲਾਂ ਦੇ ਵਿੱਚ ਲਗਾਤਾਰ
ਜਿਵੇਂ ਕਿ ਆਪਾਂ ਪਿਛਲੇ ਸਮੇਂ ਤੋਂ ਦੇਖਦੇ ਆ ਰਹੇ ਹਾਂ ਕਿ ਤੁਰਕੀ ਅਤੇ ਗਰੀਸ ਦੇ ਵਿੱਚ ਲੱਗੀ ਅੱਗ ਨੇ ਕਾਫੀ ਜ਼ਿਆਦਾ ਉੱਥੋਂ ਦਾ ਆਰਥਿਕ ਅਤੇ ਮਾਲੀ ਨੁਕਸਾਨ ਕੀਤਾ ਹੈ, ਅਤੇ ਦੂਜੇ ਪਾਸੇ ਜਾਨੀ ਨੁਕਸਾਨ ਵੀ ਕਾਫੀ ਵੱਡੇ ਪੱਧਰ ਉੱਪਰ ਹੋਇਆ ਹੈ। ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਅਜਿਹੇ ਜਾਨਵਰ ਨੇ ਜਿਹੜੇ ਕਿ ਵਿੱਚ ਹੀ ਜੰਗਲਾਂ ਦੇ ਅੱਗ ਦੇ ਨਾਲ ਝੁਲਸ ਗਏ। ਤੇ ਹੁਣ ਗੱਲ ਕਰਦੇ ਹਾਂ ਕਿ ਜਲਵਾਯੂ ਪਰਿਵਰਤਨ ਦੇ ਨਾਲ ਨਿਪਟਣ ਦੇ ਲਈ ਕੀ ਅਜਿਹੇ ਸੰਗਠਨ ਜਿਹੜੇ ਕਿ ਵਿਸ਼ਵ ਪੱਧਰ ਉੱਪਰ ਤੇ ਰਾਸ਼ਟਰੀ ਪੱਧਰ ਉੱਪਰ ਬਣੇ ਨੇ। ਤਾਂ ਇਸ ਦੇ ਵਿੱਚ ਜਲਵਾਯੂ ਪਰਿਵਰਤਨ ਅੰਤਰ ਸਰਕਾਰੀ ਪੈਨਲ ਯਾਨੀ ਕਿ IPCC ਬਣਿਆ ਹੋਇਆ ਹੈ। ਜਲਵਾਯੂ ਪਰਿਵਰਤਨ ਤੇ ਅੰਤਰ ਸਰਕਾਰੀ ਪੈਨਲ ਜਲਵਾਯੂ ਪਰਿਵਰਤਨ ਦੇ ਸੰਬੰਧਿਤ ਵਿਗਿਆਨਿਕਾਂ ਦੇ ਆਕਲਨ ਦੇ ਹੇਤੂ ਸੰਯੁਕਤ ਰਾਸ਼ਟਰ ਦਾ ਇੱਕ ਅਜਿਹਾ ਸੰਗਠਨ ਬਣਿਆ ਹੋਇਆ ਜਿਸ ਦੇ ਵਿੱਚ 195 ਦੇ ਕਰੀਬ ਦੇਸ਼ ਨੇ। ਇਸ ਦਾ ਉਦੇਸ਼ ਜਲਵਾਯੂ ਪਰਿਵਰਤਨ, ਇਹਦੇ ਪ੍ਰਭਾਵ ਅਤੇ ਭਵਿੱਖ ਦੇ ਵਿੱਚ ਹੋਣ ਵਾਲੀਆਂ ਸੰਭਾਵਿਤ ਇਸ ਦੇ ਜੋ ਜੋਖਿਮ ਨੇ ਉਹਨਾਂ ਦੇ ਨਾਲ ਅਨੁਕੂਲਨ ਤਥਾ ਜਲਵਾਯੂ ਪਰਿਵਰਤਨ ਨੂੰ ਕੰਮ ਕਰਨ ਦੇ ਨਾਲ ਜਿਹੜੇ ਜੋ ਨੀਤੀ ਨਿਰਮਾਤਾਵਾਂ ਨੇ ਉਹਨਾਂ ਦੀ ਰਣਨੀਤੀ ਬਣਾਏ ਰੱਖਣ ਦੇ ਲਈ ਜਿਹੜਾ ਨਿਯਮਿਤ ਵਿਗਿਆਨਿਕ ਆਕਲਨ ਹੈ ਉਹ ਪ੍ਰਦਾਨ ਕੀਤਾ ਜਾਂਦਾ ਹੈ। ਭਾਵ ਕਿ ਜਲਵਾਯੂ ਪਰਿਵਰਤਨ ਨਾਲ ਸੰਬੰਧਿਤ ਜੋ ਵੀ ਘਟਨਾਵਾਂ ਪੂਰੇ ਵਿਸ਼ਵ ਦੇ ਵਿੱਚ ਵਾਪਰਦੀਆਂ ਹਨ ਉਸ ਦਾ ਪੂਰੀ ਤਰ੍ਹਾਂ ਦੇ ਨਾਲ ਜਿਹੜਾ ਅਧਿਐਨ ਆ ਉਹ ਇਸ ਸੰਘ ਦੇ ਦੁਆਰਾ ਕੀਤਾ ਜਾਂਦਾ ਹੈ। ਅਤੇ ਦੂਜੇ ਪਾਸੇ ਸੰਯੁਕਤ ਰਾਸ਼ਟਰ ਜਲਵਾਯੂ ਪਰਿਵਰਤਨ ਫਰੇਮਵਰਕ ਸੰਮੇਲਨ ਇੱਕ ਇਹ ਸੰਗਠਨ ਵੀ ਬਣਿਆ ਹੋਇਆ ਜਾਣੀ ਕਿ UNFCCC। ਇਹ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ ਜਿਸ ਦਾ ਉਦੇਸ਼ ਵਾਯੂਮੰਡਲ ਦੇ ਵਿੱਚ ਗ੍ਰੀਨ ਹਾਊਸ ਗੈਸਾਂ ਦੀ ਉਤਸਰਜਨ ਨੂੰ ਜਿਹੜਾ ਨਿਯੰਤਰਣ ਕਰਨਾ ਹੈ। ਜੋ ਗ੍ਰੀਨ ਹਾਊਸ ਗੈਸਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਉਸ ਨੂੰ ਕਾਬੂ ਕਰਨਾ ਇਸ ਦਾ ਮੁੱਖ ਉਦੇਸ਼ ਹੈ। ਇਹ ਸਮਝੌਤਾ 1992 ਦੇ ਵਿੱਚ ਪ੍ਰਿਥਵੀ ਸੰਮੇਲਨ ਦੇ ਦੌਰਾਨ ਕੀਤਾ ਗਿਆ ਸੀ। ਵੱਖ-ਵੱਖ ਦੇਸ਼ਾਂ ਦੁਆਰਾ ਇਸ ਦੇ ਉੱਪਰ ਹਸਤਾਖਰ ਦੇ ਬਾਅਦ 21 ਮਾਰਚ 1994 ਨੂੰ ਇਸ ਨੂੰ ਲਾਗੂ ਕਰ ਦਿੱਤਾ ਗਿਆ ਸੀ। ਅਤੇ ਉਸ ਤੋਂ ਬਾਅਦ ਇੱਕ ਪੈਰਿਸ ਦਾ ਸਮਝੌਤਾ ਹੋਇਆ। ਜੇਕਰ ਇਹਨੂੰ ਸਿੱਧੇ ਸ਼ਬਦਾਂ ਦੇ ਵਿੱਚ ਕਿਹਾ ਜਾਵੇ ਤਾਂ ਪੈਰਿਸ ਸਮਝੌਤਾ ਜਲਵਾਯੂ ਪਰਿਵਰਤਨ ਨਾਲ ਨਿਪਟਣ ਦੇ ਲਈ ਇੱਕ ਅੰਤਰਰਾਸ਼ਟਰੀ ਸਮਝੌਤਾ ਹੈ। ਸਾਲ 2015 ਵਿੱਚ 30 ਨਵੰਬਰ ਤੋਂ ਲੈ ਕੇ 11 ਦਸੰਬਰ ਤੱਕ 195 ਦੇਸ਼ਾਂ ਦੇ ਸਰਕਾਰੀ ਪ੍ਰਤੀਨਿਧੀਆਂ ਦੁਆਰਾ ਪੈਰਿਸ ਦੇ ਵਿੱਚ ਜਲਵਾਯੂ ਪਰਿਵਰਤਨ ਨੂੰ ਲੈ ਕੇ ਇੱਕ ਵਿਸ਼ੇਸ਼ ਜਿਹੜਾ ਕਹਿ ਦਈਏ ਆਪਾਂ ਵੀ ਸੰਸਾਰਿਕ ਸਮਝੌਤੇ ਦੇ ਉੱਪਰ ਚਰਚਾ ਕੀਤੀ ਗਈ। ਅਤੇ ਭਾਰਤ ਦੇ ਵਿੱਚ ਜਲਵਾਯੂ ਪਰਿਵਰਤਨ ਦੇ ਉੱਪਰ ਲਗਾਤਾਰ ਸੰਬੰਧੀ ਇਸ ਦੇ ਕਾਰਜ ਕੀਤੇ ਜਾ ਰਹੇ ਨੇ ਕਿ ਇਸ ਨੂੰ ਕਿਵੇਂ ਕਾਬੂ ਕੀਤਾ ਜਾਏ। ਸੋ ਇਸ ਦੇ ਲਈ ਜਲਵਾਯੂ ਪਰਿਵਰਤਨ ਦੇ ਵਿੱਚ ਰਾਸ਼ਟਰੀ ਕਾਰਜ ਯੋਜਨਾ ਦਾ ਸ਼ੁਭ ਆਰੰਭ 2008 ਵਿੱਚ ਕੀਤਾ ਗਿਆ ਸੀ। ਜਲਵਾਯੂ ਪਰਿਵਰਤਨ ਰਾਸ਼ਟਰੀ ਕਾਰਜ ਯੋਜਨਾ ਜਾਣੀ ਕਿ NAPCC ਇਸ ਦੀ ਸ਼ੁਰੂਆਤ 2008 ਦੇ ਵਿੱਚ। ਇਸ ਦਾ ਮੁੱਖ ਉਦੇਸ਼ ਜਨਤਾ ਦੇ ਪ੍ਰਤੀਨਿਧੀਆਂ, ਸਰਕਾਰ ਦੀਆਂ ਵੱਖ-ਵੱਖ ਏਜੰਸੀਆਂ, ਵਿਗਿਆਨਿਕਾਂ, ਉਦਯੋਗ ਅਤੇ ਸਮੁਦਾਇ ਨੂੰ ਜਲਵਾਯੂ ਪਰਿਵਰਤਨ ਦੇ ਹੋਣ ਨਾਲ ਖਤਰੇ ਅਤੇ ਇਸ ਦਾ ਮੁਕਾਬਲਾ ਕਰਨ ਦੇ ਲਈ ਜਾਗਰੂਕ ਕਰਨਾ ਇਸ ਦਾ ਮੁੱਖ ਉਦੇਸ਼ ਹੈ। ਸੋ ਇਹ ਸੀ ਜਲਵਾਯੂ ਪਰਿਵਰਤਨ ਦੇ ਕਾਰਨ, ਉਸ ਦੇ ਕੀ ਪ੍ਰਭਾਵ ਨੇ, ਇਹ ਕਿਉਂ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਅਤੇ ਵਿਸ਼ਵ ਅਤੇ ਭਾਰਤ ਦੇ ਵਿੱਚ ਇਸ ਦੇ ਸੰਬੰਧਿਤ ਇਸ ਨਾਲ ਨਿਪਟਣ ਦੇ ਲਈ ਕੀ ਸੰਗਠਨ ਜਾਂ ਫਿਰ ਸੰਘ ਬਣਾਏ ਗਏ ਨੇ। ਸੋ ਉਮੀਦ ਹੈ ਤੁਹਾਨੂੰ ਜਾਣਕਾਰੀ ਚੰਗੀ ਲੱਗੀ ਹੋਵੇਗੀ ਅਤੇ ਜੇਕਰ ਕੋਈ ਕਮੀ ਪੇਸ਼ੀ ਰਹੀ ਹੋਵੇ ਤਾਂ ਉਹ ਕਮੈਂਟ ਦੇ ਵਿੱਚ ਜ਼ਰੂਰ ਦੱਸਿਓ। ਆਉਣ ਵਾਲੇ ਦਿਨਾਂ ਵਿੱਚ ਉਸ ਦਾ ਸੁਧਾਰ ਕਰਾਂਗੇ ਅਤੇ ਬਾਕੀ ਲਗਾਤਾਰ ਆਪਾਂ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਲੈ ਕੇ ਆਉਂਦੇ ਰਹਾਂਗੇ। ਸੋ ਚੈਨਲ ਪੰਜਾਬੀ ਇਨਫੋ ਨਾਲ ਜ਼ਰੂਰ ਬਣੇ ਰਹੋ ਤਾਂ ਜੋ ਤੁਹਾਨੂੰ ਲਗਾਤਾਰ ਇਸੇ ਤਰ੍ਹਾਂ ਦੀ ਜਾਣਕਾਰੀ ਮਿਲਦੀ ਰਹੇ।